ਵਾਹਿਗੁਰੂ ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦਿਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ ਕਬਹੁ ਨਾ ਛਾਡੈ ਖੇਤ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਆਪ ਜੀ ਸਿੱਖ ਪੰਥ ਦੇ ਮਹਾਨ ਜਰਨੈਲ, ਅੰਤਕ ਯੋਧੇ, ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਤਿਨਾਂ ਦਾ ਸ਼ਹਾਦਤ ਦਾ ਦਿਨ ਸਤਿਗੁਰ ਕੀ ਪਾਵਨ ਬਾਣੀ ਔਰ ਇਤਿਹਾਸ ਨੂੰ ਪੜ੍ਹ ਔਰ ਸੁਣ ਕੇ ਬੜੀ ਸ਼ਰਧਾ ਔਰ ਬੜੀ ਭਾਵਨਾ ਦੇ ਨਾਲ ਮਨਾ ਰਹੇ ਹੋ। ਆਓ ਇਹਨਾਂ ਪਾਵਨ ਦੀਵਾਨਾਂ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਦੇ ਪਾਵਨ ਜੀਵਨ ਤੇ ਇੱਕ ਸਰਸਰੀ ਜੀ ਝਾਤ ਪਾਉਣੀ ਹੈ ਔਰ ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਦੀ ਪਾਵਨ ਸ਼ਹਾਦਤ, ਉਹਨਾਂ ਦੇ ਸ਼ਹਾਦਤ ਬਾਰੇ ਇਤਿਹਾਸ ਵਿੱਚੋਂ ਸਮਝਣ ਦਾ ਯਤਨ ਕਰਨਾ ਹੈ। ਆਓ ਆਪ ਜਿਤਨੇ ਤਨ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ, ਸਤਿਗੁਰ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਦੇਹੋ ਅਸੀਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਪੰਜਾਬ ਦੀ ਧਰਤੀ ਜੋ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਦੱਬੀ ਤੇ ਕੁਚਲੀ ਤੇ ਲਤਾੜੀ ਜਾਂਦੀ ਰਹੀ, ਇੱਥੋਂ ਦੇ ਲੋਕ ਰੋਜ਼-ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਦੇ ਸਨ। ਕਦੀ ਧਾੜਵੀਆਂ ਦੇ ਹੱਥੋਂ ਲੁੱਟੇ ਜਾਣਾ ਤੇ ਅਪਮਾਨਿਤ ਹੋਣਾ, ਤੇ ਕਦੇ ਸਮੇਂ ਦੀ ਹਕੂਮਤ ਦੇ ਹੱਥੋਂ ਲਤਾੜੇ ਜਾਣਾ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸ ਦੱਬੀ ਕੁਚਲੀ ਸਾਹ ਸਤਹੀਨ ਤੇ ਨਿਰਾਸ਼ਤਾ ਵਿੱਚ ਘਿਰੀ ਹੋਈ ਜਨਤਾ ਨੂੰ, ਲੋਕਾਈ ਨੂੰ, ਜਿੱਥੇ ਸਤਿਗੁਰਾਂ ਨੇ ਅਧਿਆਤਮਕ ਗਿਆਨ ਦਿੱਤਾ, ਅੰਮ੍ਰਿਤ ਬਾਣੀ ਦੇ ਨਾਲ ਧਰਮ ਦੀਆਂ ਪਈਆਂ ਹੋਈਆਂ ਜੰਜੀਰਾਂ ਨੂੰ ਤੋੜਿਆ, ਉੱਥੇ ਸਤਿਗੁਰ ਨੇ ਕਿਰਪਾ ਕਰਕੇ ਸੰਤ ਦੇ ਨਾਲ ਨਾਲ ਸਿਪਾਹੀ ਦਾ ਮਾਰਗ ਵੀ ਆਪਣਿਆਂ ਸਿੱਖਾਂ ਨੂੰ ਬਖਸ਼ਿਸ਼ ਕੀਤਾ, ਸਮੁੱਚੀ ਲੋਕਾਈ ਨੂੰ ਇਹ ਮਾਰਗ ਦਿੱਤਾ। ਸਤਿਗੁਰਾਂ ਦੇ ਇਹ ਪਾਵਨ ਬਚਨ ਆਪ ਅੰਮ੍ਰਿਤ ਬਾਣੀ ਦੇ ਵਿੱਚੋਂ ਪੜ੍ਹਦੇ ਵੀ ਹੋ। ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਸੱਚ ਵਿੱਚ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਕਿ ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਸਿਰਫ ਮਨੁੱਖ ਨੂੰ ਬਾਹਰ ਮੁਖੀ ਧਰਮ ਦੇ ਨਾਲ ਹੀ ਨਹੀਂ ਜੋੜਦੀ, ਅਸਲ ਵਿੱਚ ਅੰਤਰੀਵ ਧਰਮ ਨੂੰ ਸਮਝਣ ਤੇ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਜ਼ਬਰ ਤੇ ਜ਼ੁਲਮ ਦੇ ਨਾਲ ਲੜਨ ਦੀ ਸਿੱਖਿਆ ਵੀ ਸਤਿਗੁਰ ਕੀ ਅੰਮ੍ਰਿਤ ਬਾਣੀ ਦਿੰਦੀ ਹੈ। ਇਹ ਬਚਨ ਤੁਸੀਂ ਬਾਣੀ ਵਿੱਚੋਂ ਅਕਸਰ ਪੜ੍ਹਦੇ ਹੋ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ,
ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਬਾਬਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਹੋਰ ਪ੍ਰੋੜਤਾ ਦੇ ਕੇ ਸਿੱਖ ਦੇ ਅੰਦਰ ਵਿਚਾਰ ਪੈਦਾ ਕੀਤੀ। ਅਗਾਹ ਕੂ ਤਰਾਮ ਪਿੱਛਾਂ ਫੇਰ ਨਾ ਮੁਹੜੜਾ, ਨਾਨਕ ਸਿੰਘ ਏਵੇਹਾ ਵਾਰ ਬੌੜ ਨਾ ਹੋਵੇ ਜਨਮੜਾ। ਬਾਬਾ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, मरने ही ते पाइए पूर्ण परमानंद। कबीर मोहे मरने का चाव है, मरूं ता हर के द्वार, मत हर पूछे कौन है परा हमारे बार। सच विच ये अमृत बचन लोकाई दे हिरदियां दे अंदर, समूची मानवता दे हिरदियां दे अंदर ऐसा जज्बा पैदा करते ने कि मनुख मौत नूं सामने वेख के भी हसदियां होनी दे नाल मौत दे नाल भी लड़दा है। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਾਧ ਸੰਗਤ, ਕੁਰਬਾਨੀ ਅਸਲ ਵਿੱਚ ਇਹ ਐਸਾ ਸ਼ਬਦ ਹੈ ਜਿਸ ਨੂੰ ਸਮਝਣਾ ਸਾਨੂੰ ਇਤਿਹਾਸ ਵਿੱਚੋਂ ਬੜਾ ਜ਼ਰੂਰੀ ਹੈ। ਵੈਸੇ ਸ਼ਬਦ ਕੁਰਬਾਨੀ ਨਾਲੋਂ ਜ਼ਿਆਦਾ ਚੰਗਾ ਹੈ ਜੇ ਅਸੀਂ ਸ਼ਹੀਦੀ ਸ਼ਬਦ ਜਾਂ ਬਾਣੀ ਦੇ ਅੰਦਰੋਂ ਆਪਣੇ ਆਪੇ ਨੂੰ ਵਾਰਨ ਦੀ ਗੱਲ ਆਉਂਦੀ ਹੈ। ਇਹਨਾਂ ਸ਼ਬਦਾਂ ਨੂੰ ਅਸੀਂ ਜੇ ਸਮਝ ਕੇ ਇਹਨਾਂ ਨੂੰ ਵਰਤਣਾ ਸ਼ੁਰੂ ਕਰੀਏ। ਖੈਰ, ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸ ਦੇ ਪਿੱਛੇ ਉਦੇਸ਼ ਵੀ ਮਹਾਨ ਹੋਵੇ। ਆਪਣਿਆਂ ਲਈ ਇੱਥੇ ਲੱਖਾਂ ਲੜਦੇ ਮਰਦੇ ਨੇ, ਪਰ ਸੱਚ ਹੈ ਕਿਸੇ ਦੂਜੇ ਲਈ ਕੁਰਬਾਨ ਹੋਣ ਵਾਲਾ ਹੀ, ਕਿਸੇ ਦੂਜੇ ਲਈ ਆਪਣੇ ਆਪ ਨੂੰ ਵਾਰਨ ਵਾਲਾ ਹੀ ਅਸਲ ਵਿੱਚ ਕੁਰਬਾਨ ਹੁੰਦਾ ਹੈ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ ਨਿਤ ਲੱਖਾਂ ਹੀ ਜੰਮਣ ਤੇ ਮਰਨ, ਇੱਥੇ ਪੈਦਾ ਕਦੇ ਹੁੰਦਾ ਇਨਸਾਨ ਕੋਈ, ਦੇਸ਼ ਕੌਮ ਤੇ ਵਤਨ ਦੀ ਅਣਖ ਬਦਲੇ ਵਾਰ ਜਾਂਦਾ ਏ ਸੂਰਮਾ ਜਾਣ ਕੋਈ। ਆਪਣਿਆਂ ਲਈ ਤਾਂ ਹਰ ਕੋਈ ਮਰਦਾ ਏ, ਪਰ ਸੱਚ ਇਹ ਹੈ ਜਿਹੜਾ ਆਪਣਿਆਂ ਲਈ ਮਰਦਾ ਏ, ਆਪਣਿਆਂ ਲਈ ਮਰਨਾ ਇੱਕ ਕੁਦਰਤੀ ਨਿਯਮ ਹੈ। ਇੱਕ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਯਤਨ ਕਰਦਾ ਹੈ, ਪਰ ਬਸ ਉਹ ਦੀਪ ਕਹਿੰਦਾ ਹੈ ਆਪਣਿਆਂ ਲਈ ਤੇ ਇੱਥੇ ਹਰ ਕੋਈ ਮਰਦਾ ਹੈ, ਪਰ ਵਾਰ ਜਾਂਦਾ ਹੈ ਦੂਜਿਆਂ ਲਈ ਜਾਨ ਕੋਈ। ਪਰ ਉਹ ਕੋਈ ਵਿਰਲਾ ਹੁੰਦਾ ਹੈ ਜਿਹੜਾ ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਕੇ ਆਪਣਾ ਆਪਾ ਵਾਰ ਦੇ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦਾ ਜਨਮ ਅਕਤੂਬਰ 1670 ਈਸਵੀ ਨੂੰ ਪੁੰਛ ਜ਼ਿਲ੍ਹੇ ਦੇ ਇੱਕ ਪਿੰਡ ਰਾਜੌਰੀ ਵਿੱਚ ਹੁੰਦਾ ਹੈ। ਆਪਣੇ ਜਿਸ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਰਾਜਪੂਤ ਪਰਿਵਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਬੰਧ ਸੀ। ਇਹਨਾਂ ਦੇ ਪਿਤਾ ਦਾ ਨਾਮ ਪਿਤਾ ਰਾਮਦੇਵ ਸੀ, ਔਰ ਸੱਚ ਵਿੱਚ ਬਚਪਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਲਛਮਣ ਦੇਵ ਰੱਖਿਆ ਗਿਆ। ਰਾਜਪੂਤ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਸ਼ਿਕਾਰ ਖੇਡਣਾ, ਤੀਰ ਅੰਦਾਜ਼ੀ, ਘੋੜ ਸਵਾਰੀ ਇਹ ਆਮ ਗੱਲਾਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਬੜੀ ਨਿਪੁੰਨਤਾ ਹਾਸਲ ਸੀ। ਇੱਕ ਵਾਰ ਇਤਿਹਾਸ ਲਿਖਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਸ਼ਿਕਾਰ ਖੇਡ ਰਹੇ ਸਨ। ਨਾਮ ਬਚਪਨ ਦਾ ਲਛਮਣ ਦਾਸ ਸੀ ਉਹਨਾਂ ਦੇ। ਲਛਮਣ ਦਾਸ ਜੀ ਸ਼ਿਕਾਰ ਖੇਡ ਰਹੇ ਸਨ। ਉਹਨਾਂ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ। ਹਿਰਨ ਤੜਫਦੀ ਹੋਈ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਦਮ ਤੋੜ ਗਈ ਤੇ ਉਸ ਹਿਰਨ ਦੇ ਪੇਟ ਦੇ ਅੰਦਰ 2 ਬੱਚੇ ਸਨ। ਜਦੋਂ ਲਛਮਣ ਦੇਵ ਨੇ ਉਸ ਹਿਰਨ ਦੇ ਪੇਟ ਨੂੰ ਚਾਕ ਕੀਤਾ, 2 ਬੱਚਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਦੇ ਨੇਤਰਾਂ ਦੇ ਸਾਹਮਣੇ ਆਪਣੇ ਪ੍ਰਾਣ ਤਿਆਗੇ। ਇਸ ਗੱਲ ਦਾ ਬੜਾ ਡੂੰਘਾ ਅਸਰ ਲਛਮਣ ਦਾਸ ਦੇ ਜੀਵਨ ਵਿੱਚ ਹੋਇਆ। ਇਹਨਾਂ ਨੇ ਮਨ ਇਹਨਾਂ ਦਾ ਉਪਰਾਮ ਹੋ ਗਿਆ। ਇਹਨਾਂ ਨੇ ਸ਼ਿਕਾਰ ਖੇਡਣ ਨੂੰ ਉਸ ਦਿਨ ਤੋਂ ਤਿਆਗ ਦਿੱਤਾ। ਸਹੁੰ ਖਾ ਲਈ ਕਿ ਅੱਜ ਤੋਂ ਬਾਅਦ ਮੈਂ ਕਦੀ ਸ਼ਿਕਾਰ ਨਹੀਂ ਖੇਡਾਂਗਾ। ਇਹਨਾਂ ਮਨ ਉਚਾੜ ਹੋਇਆ ਕਿ ਇੱਕ ਸਾਧੂਆਂ ਦੇ ਟੋਲੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਜੀ ਸ਼ਾਮਲ ਹੋ ਗਏ।
ਤੀਰਥਾਂ ਤੇ ਭ੍ਰਮਣ ਕਰਨ ਲੱਗੇ। ਤੀਰਥਾਂ ਤੇ ਭਰਮਦਿਆਂ ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਦੀ ਮੁਲਾਕਾਤ ਇੱਕ ਤਾਂਤਰਿਕ ਨਾਲ ਹੋਈ, ਜੋਗੀ ਨਾਲ ਹੋਈ, ਜਿੰਦਾ ਨਾਮ ਸੀ ਔਗੜਨਾਥ। ਬਾਬਾ ਬੰਦਾ ਸਿੰਘ ਬਹਾਦਰ ਨੇ ਭਾਵ ਲਛਮਣ ਦਾਸ ਨੇ ਇਸ ਔਗੜਨਾਥ ਜੋਗੀ ਦੀ ਤਾਂਤਰਿਕ ਦੀ ਬੜੀ ਸੇਵਾ ਕੀਤੀ, ਇਹਦਾ ਹਰ ਹੁਕਮ ਮੰਨਿਆ। ਇਸ ਔਗੜਨਾਥ ਨੇ ਲਛਮਣ ਦਾਸ ਨੂੰ ਕਈ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਦਾ ਗਿਆਨ ਦਿੱਤਾ, ਕਈ ਕਰਾਮਾਤਾਂ ਦਾ ਗਿਆਨ ਦਿੱਤਾ। ਇੱਥੋਂ ਤੱਕ ਇਤਿਹਾਸ ਲਿਖਦਾ ਹੈ, ਇਹ ਔਗੜਨਾਥ ਨੇ ਜਿਸ ਦਿਨ ਆਪਣੇ ਪ੍ਰਾਣ ਤਿਆਗੇ, ਆਪਣੇ ਪ੍ਰਾਣ ਤਿਆਗਣ ਤੋਂ ਪਹਿਲਾਂ ਇਸ ਔਗੜਨਾਥ ਦੇ ਕੋਲੋਂ ਇੱਕ ਗ੍ਰੰਥ ਸੀ, ਜਿਸ ਗ੍ਰੰਥ ਦਾ ਨਾਮ ਹੈ ਸਿੱਧ ਅਨੂਨੀਆਂ। ਇਹ ਸਿੱਧ ਅਨੂਨੀਆਂ ਨਾਮ ਦਾ ਗ੍ਰੰਥ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁਰਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਹੁਣ ਬੜੀਆਂ ਕਰਾਮਾਤਾਂ ਦਾ ਮਾਲਕ ਬਣ ਗਿਆ। ਲਛਮਣ ਦਾਸ ਇਹਨੇ ਆਪਣਾ ਨਾਮ ਬਦਲ ਕੇ ਮਾਧੋ ਦਾਸ ਵੈਰਾਗੀ ਰੱਖ ਲਿਆ। ਹੁਣ ਇਹ ਮਾਧੋ ਦਾਸ ਵੈਰਾਗੀ ਔਗੜਨਾਥ ਦੀ ਮੌਤ ਤੋਂ ਬਾਅਦ ਇਹਨੇ ਦੱਖਣ ਵੱਲ ਆਪਣਾ ਪੈਂਡਾ ਤੈਅ ਕੀਤਾ। 1708 ਈਸਵੀ ਨੂੰ ਇਹ ਨਾਂਦੇੜ ਦੀ ਧਰਤੀ ਤੇ ਪਹੁੰਚਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਂਦੇੜ ਦੀ ਧਰਤੀ ਤੇ ਮੁਲਾਕਾਤ ਹੋਈ ਸੀ। ਨਾਂਦੇੜ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਵੈਰਾਗੀ ਇਹਨੇ ਜਾ ਕੇ ਆਪਣਾ ਟਿਕਾਣਾ ਕੀਤਾ। ਜਿਸ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਟਿਕਾਣਾ ਸੀ, 1708 ਈਸਵੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸੇ ਦੱਖਣ ਦੀ ਧਰਤੀ ਵੱਲ ਗਏ ਨੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਹੈ। ਉਸ ਤੋਂ ਉਪਰੰਤ ਇੱਕ ਬੜੀ ਵੱਡੀ ਜੰਗ ਜਿਹੜੀ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਕੂਮਤ ਨਾਲ ਲੜੀ। ਉਸ ਜੰਗ ਤੋਂ ਬਾਅਦ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਦੱਖਣ ਵੱਲ ਜਾਣ ਦਾ ਆਪਣਾ ਨਿਸ਼ਚਾ ਕੀਤਾ, ਇਸੇ ਦੱਖਣ ਵੱਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਾਧੋ ਦਾਸ ਵੈਰਾਗੀ ਦੇ ਡੇਰੇ ਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਜੋ ਮਾਧੋ ਦਾਸ ਵੈਰਾਗੀ ਸਨ, ਇਹਨਾਂ ਦਾ ਖੌਫ ਬੜਾ ਸੀ ਲੋਕਾਈ ਦੇ ਅੰਦਰ, ਕਿਉਂਕਿ ਕਰਾਮਾਤਾਂ ਬੜੀਆਂ ਜਾਣਦੇ ਸਨ। ਲੋਕ ਇਹਨਾਂ ਦੇ ਬੜੇ ਡਰ ਦੇ ਕਾਰਨ ਇਹਨਾਂ ਦੀ ਬੜੀ ਪੂਜਾ ਕਰਦੇ ਸਨ। ਇੱਥੋਂ ਤੱਕ ਇਤਿਹਾਸ ਲਿਖਦਾ, ਲੋਕਾਂ ਨੇ ਕੋਈ ਕੰਮ ਵੀ ਕਰਾਉਣਾ ਹੁੰਦਾ ਸੀ ਤੇ ਮਾਧੋ ਦਾਸ ਵੈਰਾਗੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਸਨ। ਹਕੀਕਤ ਹੈ ਗੁਰਮੁਖੋ, ਸੱਚ ਤੋਂ ਦੂਰ ਹੋਇਆ ਬੰਦਾ ਆਪ ਵੀ ਭਰਮਾਂ ਦੇ ਵਿੱਚ ਜੀਵਨ ਜਿਉਂਦਾ ਹੈ ਤੇ ਲੋਕਾਈ ਨੂੰ ਵੀ ਭਰਮਾਂ ਦੇ ਵਿੱਚ ਜੀਵਨ ਜਿਉਣ ਦੇ ਲਈ ਮਜਬੂਰ ਕਰਦਾ ਹੈ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਕਰਕੇ ਸਮੁੱਚੀ ਲੋਕਾਈ ਨੂੰ, ਮਾਨਵਤਾ ਨੂੰ ਇੱਕ ਅਕਾਲ ਪੁਰਖ ਕਰਤੇ ਦੇ ਚਰਨਾਂ ਨਾਲ ਜੋੜਦਿਆਂ ਕਹਿੰਦੇ ਨੇ, ਭਾਈ ਸਾਡਾ ਇੱਕੋ ਹੀ ਕਰਤਾ ਮਾਲਕ ਅਕਾਲ ਪੁਰਖ ਹੈ, ਉਹਦੇ ਤੋਂ ਬਿਨਾਂ ਨਾ ਕੋਈ ਦੂਜਾ ਕਰਨ ਜੋਗਾ ਹੈ ਤੇ ਨਾ ਕੋਈ ਕਰ ਸਕਦਾ ਹੈ। ਅੰਮ੍ਰਿਤ ਬਾਣੀ ਦੇ ਬਚਨ ਤੁਸੀਂ ਪੜ੍ਹਦੇ ਵੀ ਹੋ। ਸਭ ਕਹਿੰਦੇ ਨੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰ ਲੋਕਾਈ ਨੇ ਉਸ ਵੇਲੇ ਮਾਧੋ ਦਾਸ ਵੈਰਾਗੀ ਦੇ ਚਰਨਾਂ ਦੇ ਵਿੱਚ ਆਪਣੀਆਂ ਫਰਿਆਦਾਂ ਕਰਨੀਆਂ। ਜਿਸ ਥਾਂ ਤੇ ਮਾਧੋ ਦਾਸ ਵੈਰਾਗੀ ਟਿਕਿਆ ਸੀ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਥਾਂ ਤੇ ਪਹੁੰਚੇ। ਪ੍ਰਿੰਸੀਪਲ ਪ੍ਰੋਫੈਸਰ ਗੰਡਾ ਸਿੰਘ ਜੀ ਨੇ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਕੋਟ ਕੀਤਾ ਹੈ। ਬਹੁਤ ਵੱਡੀ ਕਾਲਣਾ ਸੀ ਉਹਨਾਂ ਦੀ, ਕਿਵੇਂ ਉਹਨਾਂ ਨੇ ਆਪਣਾ ਸਾਰਾ ਜੀਵਨ ਇਤਿਹਾਸ ਨੂੰ ਸੰਭਾਲਣ ਵਿੱਚ ਲਾਇਆ। ਸਾਧ ਸੰਗਤ, ਅੱਜ ਅਸੀਂ ਇਤਿਹਾਸ ਪੱਖੋਂ ਇੰਨੇ ਕਮਜ਼ੋਰ ਹੋ ਗਏ ਕਿ ਸਾਨੂੰ ਇਤਿਹਾਸ ਪੜ੍ਹਨਾ ਤੇ ਸੁਣਨਾ ਗਵਾਰਾ ਨਹੀਂ। ਸੱਚ ਇਹ ਹੈ, ਸਾਡੇ ਘਰਾਂ ਦੇ ਵਿੱਚ ਕਿਤਾਬਾਂ ਹੁਣ ਜਿਹੜੀਆਂ ਨੇ ਉਹ ਸ਼ਿੰਗਾਰ ਨਹੀਂ ਰਹੀਆਂ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿਣ ਲੱਗਾ, ਜਦੋਂ ਜਿਸ ਕੌਮ ਦੇ ਘਰਾਂ ਦੇ ਵਿੱਚੋਂ ਸੋਹਣੇ ਸ਼ੋਕੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਕਿਤਾਬਾਂ ਦੀ ਜਗ੍ਹਾ ਤੇ ਕੱਪੜੇ ਤੇ ਜੁੱਤੀਆਂ ਆ ਜਾਣ, ਸੱਚ ਜਾਣਿਓ ਉਸ ਕੌਮ ਦਾ ਰਖਵਾਲਾ ਫਿਰ ਪ੍ਰਮਾਤਮਾ ਆਪ ਹੀ ਹੈ, ਕਿਉਂਕਿ ਉਹ ਸਿਰਫ ਕੱਪੜੇ ਤੇ ਜੁੱਤੀਆਂ ਤੱਕ ਸੀਮਤ ਹੋ ਜਾਂਦੀ ਹੈ। ਅੱਜ ਸਾਡੀ ਕੌਮ ਦੀ ਹਾਲਤ ਹੈ ਸਾਧ ਸੰਗਤ, ਸਾਡਾ ਰੋਜ਼ ਵਾਹ ਪੈਂਦਾ ਹੈ। ਸੰਗਤਾਂ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਨ ਨੂੰ ਤਿਆਰ ਨੇ, ਔਰ ਨਾ ਇਤਿਹਾਸ ਪੱਖ ਤੋਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤਿਆਰ ਨੇ। ਅਸੀਂ ਇੰਨੇ ਪਦਾਰਥਵਾਦੀ ਹੋ ਗਏ
ਪਦਾਰਥਾਂ ਦਾ ਰਸ ਹੀ ਸਾਡੇ ਲਈ ਸਭ ਤੋਂ ਉੱਤਮ ਰਹਿ ਗਿਆ। ਪਰ ਸੱਚ ਇਹ ਹੈ, ਕਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਹਿਮਦਾਬਾਦ ਦੀ ਧਰਤੀ ਤੇ ਰਸ ਕਸ ਦੇ ਵਿੱਚ ਗੁਲਤਾਨ ਹੋਏ ਉੱਥੋਂ ਦੇ ਵਸਨੀਕਾਂ ਨੂੰ ਆਖਿਆ ਸੀ, ਬਾਬਰ ਆ ਰਿਹਾ ਹੈ, ਸੰਭਲ ਜਾਓ। ਤੇ ਉਹਨਾਂ ਨੇ ਆਖਿਆ ਸੀ, ਕੀ ਹੋਇਆ ਜੇ ਬਾਬਰ ਆ ਗਿਆ ਹੈ? ਬਾਬਰ ਦੀ ਸੈਨਾ ਨਾਲ ਸਾਡੇ ਇਹ ਜਿਹੜੇ ਪਹੁੰਚੇ ਹੋਏ ਸਾਧੂ ਨੇ, ਇਹ ਬਾਬਰ ਦੀ ਸੈਨਾ ਤੇ ਮੰਤਰ ਫੂਕਣਗੇ, ਬਾਬਰ ਦੀ ਸੈਨਾ ਤੇ ਮਿੰਟਾਂ ਵਿੱਚ ਅੰਨੀ ਹੋ ਜਾਏਗੀ। ਉਹਦੇ ਸ਼ਸਤਰ, ਉਹਦੇ ਬਾਰੂਦ, ਉਹਦੀਆਂ ਬੰਦੂਕਾਂ ਕਿਸ ਕੰਮ ਦੀਆਂ। ਪਰ ਜਿਸ ਦਿਨ ਬਾਬਰ ਚੜ੍ਹ ਕੇ ਆਇਆ ਕਿ ਕੋਈ ਮੰਤਰ ਕੰਮ ਨਾ ਆਇਆ। ਬਾਬਰ ਨੇ ਬੱਚੀਆਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਗੁੱਤਾਂ ਦੇ ਵਾਲ ਕੇਸ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਖਿੱਚਿਆ, ਧਰੋਇਆ, ਉਹਨਾਂ ਦੀ ਪੱਤ ਤੇ ਆਬਰੂ ਨੂੰ ਲੁੱਟਿਆ, ਲੋਕਾਂ ਨੂੰ ਕੈਦ ਵਿੱਚ ਕੀਤਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੰਭਲ ਜਾਓ ਗੁਰੂ ਕੇ ਸਿੱਖੋ। ਜੇ ਅੱਜ ਵੀ ਤੁਸੀਂ ਆਪਣੇ ਆਪੇ ਨੂੰ ਨਾ ਪਛਾਣਿਆ, ਕਿਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਕੱਲ ਨੂੰ ਕਿਤੇ ਸਾਡੇ ਉੱਪਰ ਵੀ ਨਾ ਸੱਚ ਹੋ ਜਾਣ। ਜਿਹੜੀ ਕੌਮ, ਮੈਂ ਪਹਿਲੋਂ ਬੇਨਤੀ ਕੀਤੀ, ਇਸ ਗੱਲ ਦਾ ਬੁਰਾ ਨਾ ਮਨਾਣਾ ਸਾਧ ਸੰਗਤ ਜੀ, ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਏ, ਜਿਹੜੀ ਕੌਮ ਆਪਣੀ ਵਿਰਾਸਤ ਬਾਣੀ ਨੂੰ ਵਿਸਾਰ ਦਿੰਦੀ ਏ, ਉਹ ਕੌਮ ਜਿਹੜੀ ਜੁੱਤੀਆਂ ਤੇ ਕੱਪੜਿਆਂ ਤੱਕ ਸੀਮਤ ਹੋ ਜਾਏ, ਪਦਾਰਥਾਂ ਤੱਕ ਸੀਮਤ ਹੋ ਜਾਏ, ਉਹਨੂੰ ਬਚਾਉਣ ਵਾਲਾ ਤੇ ਫਿਰ ਪ੍ਰਮਾਤਮਾ ਆਪ ਹੀ ਹੈ। ਖੈਰ, ਪ੍ਰੋਫੈਸਰ ਗੰਡਾ ਸਿੰਘ ਲਿਖਦੇ ਨੇ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਬਰੂ ਹੋਏ, ਬਾਬਾ ਬੰਦਾ ਸਿੰਘ ਬਹਾਦਰ ਜਿਸ ਤਖਤ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਤਖਤ ਤੇ ਬਹਿ ਗਏ। ਮਾਧੋ ਦਾਸ ਵੈਰਾਗੀ ਉਸ ਵਕਤ ਆਪਣੇ ਡੇਰੇ ਵਿੱਚ ਨਹੀਂ ਸੀ। ਇਹਦੇ ਜਿਹੜੇ ਬਾਸ਼ਿੰਦੇ ਸਨ, ਸੇਵਕ ਸਨ, ਉਹਨਾਂ ਨੇ ਬੜਾ ਗੁੱਸਾ ਕੀਤਾ, ਰੰਜ ਕੀਤਾ, ਲੜੇ ਵੀ, ਪਰ ਕੋਈ ਪੇਸ਼ ਨਾ ਗਈ। ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਕੇ ਸਿੱਖਾਂ ਨੇ ਉੱਥੇ ਜਿਹੜੇ ਬੰਨੇ ਹੋਏ ਬੱਕਰੇ ਸੀ ਉਹਨਾਂ ਨੂੰ ਵੀ ਝਟਕਾਇਆ, ਉਹਨਾਂ ਦਾ ਖੂਨ ਡੁੱਲਾ। ਇਸ ਗੱਲ ਦਾ ਗੁੱਸਾ ਮਾਧੋ ਦਾਸ ਵੈਰਾਗੀ ਦੇ ਸੇਵਕਾਂ ਨੇ ਬੜਾ ਕੀਤਾ। ਇਸ ਕਰਕੇ ਉਹ ਆਪਣੇ ਗੁਰੂ ਕੋਲੋਂ, ਭਾਵ ਮਾਧੋ ਦਾਸ ਵੈਰਾਗੀ ਦੇ ਕੋਲੋਂ ਦੌੜ ਕੇ ਗਏ। ਜਦੋਂ ਮਾਧੋ ਦਾਸ ਵੈਰਾਗੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦੀਦਾਰ ਕਰਦੇ ਨੇ ਤੇ ਉਹਨਾਂ ਦੇ ਅੰਦਰ ਮਾਨੋ ਇੱਕ ਐਸੀ ਪਿਆਰ ਦੀ, ਗੁਰੂ ਦੇ ਪ੍ਰੇਮ ਦੀ ਚਿਣਗ ਪੈਦਾ ਹੋਈ। ਉਹਨਾਂ ਨੇ ਗੁੱਸੇ ਵਿੱਚ ਨਹੀਂ, ਸੁਭਾਵਿਕ ਪੁੱਛਿਆ ਵੀ ਤੁਸੀਂ ਕੌਣ ਹੋ ਭਾਰੀ ਪੁਰਖ ਜਿਹੜੇ ਇਸ ਤਖਤ ਤੇ ਆ ਕੇ ਬਹਿ ਗਏ ਹੋ? ਤੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਮਾਧੋ ਦਾਸ, ਮੈਂ ਉਹੀ ਹਾਂ ਜਿਹਨੂੰ ਤੂੰ ਜਾਣਦਾ ਹੈ। ਥੋੜੀ ਦੇਰ ਆਪਣੇ ਅੰਤਰ ਆਤਮੇ ਸੁਰਤ ਟਿਕਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਵੈਰਾਗੀ ਕਹਿੰਦਾ, ਸਤਿਗੁਰੂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਇਆ। ਜਦੋਂ ਨੇ ਇਹ ਗੱਲ ਆਖੀ ਵੀ ਤੁਸੀਂ ਮੇਰੇ ਡੇਰੇ ਨੂੰ ਅਪਵਿੱਤਰ ਕਰ ਦਿੱਤਾ ਹੈ, ਇਹਨਾਂ ਬੱਕਰਿਆਂ ਨੂੰ ਝਟਕਾਇਆ ਹੈ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ, ਦੇਖ ਮਾਧੋ ਦਾਸ ਵੈਰਾਗੀ, ਇਹ 2 ਬੱਕਰੇ ਤੇਰੇ ਇਸ ਡੇਰੇ ਵਿੱਚ ਝਟਕਾਏ ਗਏ, ਤੈਨੂੰ ਬਹੁਤ ਦੁੱਖ ਲੱਗਾ। ਇੰਨੀ ਮਾਨਵਤਾ ਲੋਕਾਈ ਅੱਜ ਜ਼ੁਲਮ ਦੇ ਥੱਲੇ ਲਤਾੜੀ ਤੇ ਮਾਰੀ ਜਾ ਰਹੀ ਹੈ। ਇਸ ਲੋਕਾਈ ਦੇ ਡੁੱਲਦੇ ਹੋਏ ਖੂਨ ਦਾ ਤੇਰੇ ਹਿਰਦੇ ਵਿੱਚ ਕੋਈ ਅਸਰ ਨਹੀਂ। ਇਹ ਸਤਿਗੁਰ ਦੀਆਂ ਗੱਲਾਂ ਨੇ। ਮਾਧੋ ਦਾਸ ਵੈਰਾਗੀ ਦੇ ਜੀਵਨ ਨੂੰ ਬਿਲਕੁਲ, ਸ਼ਖਸੀਅਤ ਨੂੰ ਚੇਂਜ ਕਰ ਦਿੱਤਾ, ਬਦਲ ਦਿੱਤਾ। ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ ਤੇ ਕਿਹਾ, ਸਤਿਗੁਰੂ ਮੇਰੇ ਲਈ ਕੀ ਹੁਕਮ ਹੈ? ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਖੰਡੇ ਬਾਟੇ ਦੀ ਪੋਲ ਦਿੱਤੀ। ਅੰਮ੍ਰਿਤ ਦੇ ਦਾਤ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਬਰ ਤਿਆਰ ਕੀਤਾ। ਇਹਨਾਂ ਦਾ ਨਾਮ, ਕਿਉਂਕਿ ਇਹਨਾਂ ਨੇ ਆਪਣੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਖਿਆ ਸੀ, ਸਤਿਗੁਰੂ ਮੈਂ ਤੇਰਾ ਬੰਦਾ ਹਾਂ ਅੱਜ ਤੋਂ। ਸਾਹਿਬ ਨੇ ਦਾ ਨਾਮ ਗੁਰਬਖਸ਼ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਇਹਦਾ ਨਾਮ ਨੀਅਤ ਕੀਤਾ, ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਇੱਥੇ ਤਕਰੀਬਨ 1 ਮਹੀਨਾ ਸਤਿਗੁਰ ਕੀ ਸ਼ਰਨ ਵਿੱਚ ਰਹੇ। ਇਸ ਤੋਂ ਬਾਅਦ 1708 ਈਸਵੀ ਨੂੰ ਸਤਿਗੁਰਾਂ ਨੇ ਅਖੀਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪਣਾ ਦੇ ਕੇ ਪੰਜਾਬ ਦੀ ਧਰਤੀ ਦੇ ਵੱਲ ਰਵਾਨਾ ਕੀਤਾ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਵੱਲ ਤੁਰੇ, ਸਾਹਿਬ ਨੇ ਆਪਣੇ ਕੋਲੋਂ
ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ, ਖਾਲਸਾਈ ਕੇਸ਼ਰੀ ਨਿਸ਼ਾਨ, 1 ਨਗਾਰਾ ਤੇ ਨਾਲ ਸਤਿਗੁਰਾਂ ਨੇ 5 ਸਿੱਖ 5 ਪਿਆਰੇ ਨਾਲ ਦਿੱਤੇ, ਜਿਨ੍ਹਾਂ ਵਿੱਚੋਂ ਭਾਈ ਵਿਨੋਦ ਜੀ, ਭਾਈ ਕਾਹਨ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਦਇਆ ਸਿੰਘ ਜੀ ਤੇ ਭਾਈ ਰਣ ਸਿੰਘ ਜੀ, ਇਹ 5 ਪਿਆਰੇ ਸਤਿਗੁਰਾਂ ਨੇ ਦਿੱਤੇ, ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਈ ਸਲਾਹ ਮਸ਼ਵਰਾ ਕਰਨਾ ਹੈ ਇਹਨਾਂ 5 ਪਿਆਰਿਆਂ ਦੇ ਹੁਕਮ ਤੇ ਤਾਬਿਆ ਵਿੱਚ ਰਹਿਣ। ਨਾਲ ਤਕਰੀਬਨ 20 ਸਿੰਘ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕਰਦਿਆਂ ਦਿੱਤੇ। ਇਹ 5 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 7 ਅਗਸਤ 1708 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਦੀ ਧਰਤੀ ਤੋਂ ਚੱਲਦੇ ਨੇ। ਪਹਿਲਾ ਪੜਾਅ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਂਗਰ ਦੀ ਧਰਤੀ ਤੇ ਕੀਤਾ, ਜਿੱਥੇ ਪਹਿਲੀ ਝੜਪ ਧਾੜਵੀਆਂ ਨਾਲ ਹੋਈ, ਜਿਹੜੀ ਲੋਕਾਂ ਦੇ ਘਰਾਂ ਨੂੰ ਲੁੱਟਦੇ ਸਨ, ਲੋਕਾਂ ਦੇ ਘਰਾਂ ਦਾ ਮਾਲ ਅਸਬਾਬ ਲੁੱਟਦੇ ਸਨ। ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਥਾਂ ਤੇ ਪਹੁੰਚ ਕੇ ਉਹਨਾਂ ਨਾਲ ਝੜਪ ਕੀਤੀ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਪੈਂਡਾ ਲਗਾਤਾਰ ਪੰਜਾਬ ਦੀ ਧਰਤੀ ਵੱਲ ਰਵਾਨਾ ਰੱਖਿਆ। ਸਤਿਗੁਰਾਂ ਦੇ ਦਿੱਤੇ ਹੋਏ ਹੁਕਮ ਜਿਹੜੇ ਸਿੰਘਾਂ ਨੂੰ ਦੇ ਕੇ ਪਿੰਡਾਂ ਦੇ ਅੰਦਰ ਤੋਰਿਆ ਕਿ ਹੁਣ ਸਮਾਂ ਆ ਗਿਆ, ਤੁਸੀਂ ਆਪਣੀਆਂ ਜਵਾਨੀਆਂ, ਜੋ ਕਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਸਨ, ਅੱਜ ਆਪਣੀਆਂ ਜਵਾਨੀਆਂ ਗੁਰੂ ਦੇ ਲੇਖੇ ਲਾਉਣ ਦਾ ਸਮਾਂ। ਸੱਚ ਵਿੱਚ ਲੋਕਾਂ ਦੇ ਅੰਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕਾਰਨ ਪਹਿਲੋਂ ਹੀ ਰੋਹ ਵਿੱਚ ਸਨ ਤੇ ਅੰਦਰ ਬਸ ਬਾਣ ਪਹਿਲੋਂ ਲੱਗਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ, ਉਹਨਾਂ ਦੇ ਅੰਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਉਹ ਅੰਮ੍ਰਿਤ ਬਚਨ ਜਿਹੜੇ ਸਾਹਿਬ ਨੇ ਕਦੀ ਔਰੰਗਜ਼ੇਬ ਨੂੰ ਕਹੇ ਸਨ, ਜਿਨ੍ਹਾਂ ਵਿੱਚ ਸਾਹਿਬ ਨੇ ਕਿਹਾ ਸੀ, ਔਰੰਗਜ਼ੇਬ ਸੱਚ ਇਹ ਹੈ, ਚੁਕਾਰ ਅਜ਼ ਹਮਾ ਹਿਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਡਾ ਇਹ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਤਾਂ ਗਿਆ ਹੈ ਕਿਉਂਕਿ ਤੂੰ ਸਾਨੂੰ ਕੋਈ ਹਿੱਲਾ ਛੱਡਿਆ ਹੀ ਨਹੀਂ ਸਾਡੇ ਤੱਕ। ਅੱਜ ਸਿੱਖਾਂ ਦੇ ਕੋਲ ਕੋਈ ਹਿੱਲਾ ਨਹੀਂ ਸੀ, ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਹ ਕਾਫਲਾ ਲਗਾਤਾਰ ਵੱਧਦਾ ਗਿਆ। 5 ਸਿੰਘਾਂ ਦਾ ਕਾਫਲਾ, ਇਹ ਇਤਿਹਾਸ ਲਿਖਦਾ ਹੈ। ਉਸ ਵੇਲੇ ਮੁਸਲਮਾਨ ਲਿਖਾਰੀ ਕਾਫੀ ਖਾਨ, ਜੇਤੇ ਮੁਹੰਮਦ ਕਾਸਮ, ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸੂਹਾਂ ਜਿਹੜੀਆਂ ਨੇ ਉਹ ਹਕੂਮਤ ਨੂੰ ਦਿੱਤੀਆਂ ਸਨ ਤੇ ਇਹ ਲਿਖਦੇ ਨੇ, ਕਹਿਣ ਲੱਗੇ 4000 ਘੋੜ ਸਵਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ, 7800 ਪੈਦਲ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਿਨਾਂ ਦੇ ਵਿੱਚ ਤਿਆਰ ਹੋ ਗਏ ਔਰ ਇਹ ਗਿਣਤੀ ਲਗਾਤਾਰ ਵੱਧਦੀ ਗਈ। ਕੁਝ ਮਹੀਨਿਆਂ ਦੇ ਅੰਤਰਾਲ ਵਿੱਚ ਇਹ ਗਿਣਤੀ 40000 ਤੋਂ ਵੱਧ ਹੋ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਤੋਂ ਬਾਅਦ ਸਿਰਫ ਆਪਾਂ ਗੁਰਮੁਖੋ ਸਰਸਰੀ ਜੀ ਨਜ਼ਰ ਮਾਰਨੀ ਹੈ, ਕਰਨੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਲੈ ਕੇ 11 ਨਵੰਬਰ 1708 ਈਸਵੀ ਨੂੰ 9 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਣੇ ਦੀ ਧਰਤੀ ਤੇ ਪਹੁੰਚੇ ਨੇ। ਇਹ ਸਮਾਣਾ ਉਹੀ ਥਾਂ ਸੀ ਸਾਧ ਸੰਗਤ ਜੀ, ਜਿੱਥੋਂ ਦੇ 2 ਜਲਾਦ ਜਲਾਲੂਦੀਨ ਤੇ ਸਤਿਗੁਰੂ ਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਬਣਦੇ ਨੇ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਸੀ। ਜਲਾਲੂਦੀਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਸ਼ਹੀਦ ਕਰਨ ਦੇ ਵਿੱਚ 2 ਜਲਾਦ ਸਾਸਲ ਬੇਗ ਤੇ ਬਾਸਲ ਬੇਗ, ਇਹ ਇਸੇ ਸਮਾਣੇ ਦੀ ਧਰਤੀ ਤੇ ਰਹਿਣ ਵਾਲੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਮਾਣੇ ਦੀ ਧਰਤੀ ਦੇ ਅੰਦਰ ਇਹਨਾਂ ਜ਼ਲਾਦਾਂ ਨੂੰ ਇਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਦੀ ਸਜ਼ਾ ਦਿੱਤੀ। ਇਸ ਸਮਾਣੇ ਨੂੰ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਲਗਾਤਾਰ ਹੁਕਮਨਾਮੇ ਸਿੰਘਾਂ ਤੱਕ ਪਹੁੰਚਾਏ। ਦਿਨਾਂ ਦੇ ਵਿੱਚ ਇੱਕ ਭਾਰੀ ਫੌਜ ਤਿਆਰ ਹੋ ਗਈ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸੀ। ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਆਪਣਾ ਅਗਲਾ ਪੜਾਅ ਸੀ, ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਵੱਲ ਨੂੰ ਕੀਤਾ। ਸਾਧ ਸੰਗਤ, ਸਰਹੰਦ ਤੱਕ ਜਾਣ ਤੋਂ ਪਹਿਲਾਂ ਇੱਕ ਬਹੁਤ ਵੱਡੀ ਲੜਾਈ, ਪਹਿਲੀ ਲੜਾਈ ਜਿਹੜੀ ਹੈ ਉਹ ਸੂਬੇਦਾਰ ਵਜ਼ੀਰ ਖਾਂ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ
ਮਲੇਰਕੋਟਲੇ ਦਾ ਜਿਹੜਾ ਨਵਾਬ ਸੀ ਮੁਹੰਮਦ ਸ਼ੇਰ ਖਾਂ, ਉਹ ਆਪਣੇ ਭਰਾਵਾਂ ਤੇ ਭਤੀਜਿਆਂ ਨੂੰ ਨਾਲ ਲੈ ਕੇ, ਉਹਦੇ 2 ਭਰਾ ਸਨ ਤੇ ਨਾਲ 2 ਭਤੀਜੇ ਨਸਤਰ ਖਾਂ ਤੇ ਵਲੀ ਮੁਹੰਮਦ ਖਾਂ, ਇਹਨਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੋਕਣ ਦੇ ਲਈ ਉਹ ਸਰਹੰਦ ਦੇ ਬਾਹਰ ਇੱਕ ਥਾਂ ਤੇ ਆ ਕੇ ਰੁਕੇ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹਨਾਂ ਨਾਲ ਬੜੀ ਵੱਡੀ ਝੜਪ ਹੋਈ। ਇਸ ਝੜਪ ਦੇ ਵਿੱਚ ਸ਼ੇਰ ਮੁਹੰਮਦ ਖਾਂ ਉਹ ਫੱਟੜ ਹੋਇਆ, ਇਹਦੇ ਭਰਾ ਤੇ ਭਤੀਜਿਆਂ ਦੀ ਮੌਤ ਹੋਈ। ਇਹ ਜੰਗ ਸਿੱਖਾਂ ਨੇ ਜਿੱਤੀ। ਇੱਧਰੋਂ ਜਦੋਂ ਰੋਪੜ ਦੇ ਇਲਾਕੇ ਵਿੱਚ ਸਿੱਖਾਂ ਨੂੰ ਪਤਾ ਲੱਗਾ, ਉਹ ਵੀ ਵਹੀਰਾਂ ਘੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਕੇ ਜੁਟ ਗਏ। ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ ਵਿੱਚ ਆ ਕੇ ਹੁਣ ਵਜ਼ੀਰ ਖਾਂ ਦੇ ਨਾਲ ਜੂਝਣ ਦੇ ਲਈ ਮੈਦਾਨੇ ਜੰਗ ਵਿੱਚ ਸਨ। ਚੱਪੜਚਿੜੀ ਦਾ ਮੈਦਾਨ ਜਿਹੜਾ ਹੈ ਸਾਧ ਸੰਗਤ, ਇਹ ਸਰਹੰਦ ਤੋਂ ਤਕਰੀਬਨ 12 ਕੋਹ ਦੀ ਦੂਰੀ ਤੇ ਹੈ। ਇਸ ਮੈਦਾਨ ਨੂੰ, ਖੁੱਲੇ ਮੈਦਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਚੁਣਿਆ। 3 ਹਿੱਸਿਆਂ ਵਿੱਚ ਬਾਬਾ ਜੀ ਨੇ ਆਪਣੀ ਫੌਜ ਵੰਡੀ। ਇੱਕ ਜਥੇ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤੀ। ਦੂਜੇ ਜਥੇ ਦੀ ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਵਿਨੋਦ ਸਿੰਘ, ਭਾਈ ਬਾਦ ਸਿੰਘ, ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ ਨੂੰ ਦਿੱਤੀ ਤੇ ਤੀਜੇ ਜਥੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਆਪ ਸਨ। ਇਹ ਜੰਗ 12 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ। ਇਸ ਲਹੂ ਡੋਲਵੀ ਜੰਗ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿੰਨੇ ਸਿੱਖ ਸਨ, ਟੀਚਾ ਸਾਹਮਣੇ ਸੀ, ਉਹ ਵਜ਼ੀਰ ਖਾਂ ਜਿੰਦੇ ਹੁਕਮ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹਨਾਂ ਗੁਰੂ ਕੇ ਮਰਜੀਵੜੇ ਸਿੱਖਾਂ ਨੇ ਇਸ ਲਹੂ ਡੋਲਵੀ ਜੰਗ ਦੇ ਅੰਦਰ ਜਾਨਾਂ ਹੂਲ ਕੇ ਲੜਾਈਆਂ ਕੀਤੀਆਂ। ਡਾਕਟਰ ਗੰਡਾ ਸਿੰਘ ਜੀ ਦੇ ਅਨੁਸਾਰ ਇਸ ਯੁੱਧ ਦੇ ਅੰਦਰ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਮਾਰਿਆ ਗਿਆ। ਇਸ ਮੈਦਾਨੇ ਜੰਗ ਦੇ ਵਿੱਚ ਸੂਬੇਦਾਰ ਸੀ ਜਿਹੜਾ ਵਜ਼ੀਰ ਖਾਂ, ਇਹ ਜਦੋਂ ਆਪਣੇ ਹਾਥੀ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਆਇਆ, ਇਹਨੂੰ ਭਾਈ ਫਤਿਹ ਸਿੰਘ ਨੇ ਇੱਕੋ ਹੱਲੇ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ, ਘੋੜੇ ਤੋਂ ਛਲਾਂਗ ਮਾਰ ਹਾਥੀ ਤੇ ਸਵਾਰ ਹੋ ਕੇ ਐਸਾ ਕੋਈ ਜ਼ੋਰਦਾਰ ਵਾਰ ਕੀਤਾ ਕਿ ਸੂਬੇ ਸਰਹੰਦ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ 2 ਫਾੜ ਕਰਕੇ ਹਾਥੀ ਤੋਂ ਥੱਲੇ ਸੁੱਟ ਦਿੱਤਾ। ਵਜ਼ੀਰ ਖਾਂ ਦੀ ਮੌਤ ਹੋਣ ਦੀ ਦੇਰ ਸੀ। ਮੈਦਾਨੇ ਜੰਗ ਵਿੱਚ ਉੱਚੀ ਉੱਚੀ ਜੈਕਾਰੇ ਗੂੰਜਣ ਲੱਗੇ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਅਕਾਲ ਦੇ ਜਦੋਂ ਜੈਕਾਰੇ ਗੂੰਜੇ, ਸੱਚ ਵਿੱਚ ਮੁਗਲ ਫੌਜਾਂ ਦੇ ਪੈਰ ਪਛੜ ਗਏ। ਮੁਗਲ ਫੌਜਾਂ ਵਜ਼ੀਰ ਖਾਂ ਦੀ ਮੌਤ ਨੂੰ ਵੇਖ ਕੇ ਭੱਜ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਹੋਈ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਜੋ ਕੁਝ ਕੀਤਾ ਸੀ, ਉਹਦੇ ਕੀਤੇ ਹੋਏ ਦੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਦਿੱਤੀ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਵੇਲੇ ਸਰਹੰਦ ਦੇ ਅੰਦਰ ਦਾਖਲ ਹੋਏ, ਇਸ ਸਰਹੰਦ ਨੂੰ, ਗੁਰੂ ਮਾਰੀ ਸਰਹੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜ ਕੇ ਰੱਖ ਦਿੱਤਾ। ਇੱਟ ਦੇ ਨਾਲ ਇੱਟ ਖੜਕਾਈ ਇਸ ਸਰਹੰਦ ਦੀ। ਸੱਚ ਵਿੱਚ ਇੰਨਾ ਕੁਝ ਕਰਨ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਦੀ ਆਪਣੇ ਆਪ ਨੂੰ ਜਣਾਇਆ ਨਹੀਂ। ਖੈਰ, ਇਸ ਜੰਗ ਤੋਂ ਬਾਅਦ, ਲੜਾਈ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਇੱਕ ਫੌਜ ਤਿਆਰ ਕੀਤੀ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਸਿੱਖਾਂ ਦੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੀ। ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੋਂ ਹੁਣ ਆਪਣੀ ਇਸ ਜਿਹੜੀ ਸਿੱਖਾਂ ਦੀ ਅਗਵਾਈ ਕਰਨ ਦੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੋਂ ਆਰੰਭ ਕੀਤੀ ਇਸ ਵਿਚਾਰ ਨੂੰ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਰੱਖੀ, ਇੰਜ ਕਹਿ ਲਓ। ਇੱਕ ਸਿੱਕਾ ਜਾਰੀ ਕੀਤਾ ਜਿਸ ਸਿੱਕੇ ਦੇ ਦੋਨੋਂ ਤਰਫ ਹਰਫ ਲਿਖੇ ਸਨ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਿਦ ਅਸਤ, ਤੇ ਦੂਜੇ ਪਾਸੇ ਲਿਖਿਆ ਸੀ ਫਤਿਹ ਗੋਬਿੰਦ ਸਿੰਘ ਸ਼ਾਹ ਸਹਾਲ, ਫਜ਼ਲ ਸੱਚਾ ਸਾਹਿਬ ਅਸਤ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਮੋਹਰ ਤਿਆਰ ਕੀਤੀ ਜਿਸ ਮੋਹਰ ਦੇ ਉੱਪਰ ਲਿਖਿਆ ਸੀ ਦੇਗੋ ਤੇਗੋ ਫਤਿਹ, ਉਹ ਨੁਸਰਤ ਬੇਦਰੰਗ
याफत अज नानक गुरु गोबिंद सिंह कि ये जिहड़ी तेग ते तेग दी फतेह है ये गुरु गोबिंद सिंह पातशाह ते धन गुरु नानक साहब जी की किरपा नाल हुई है। बाबा बंदा सिंह बहादुर ने मुड़ के फिर पिछे नहीं वेखिया, पर समा वो भी आया साध संगत जिस दिन बाबा बंदा सिंह बहादुर जी उन्हां दे नाल कुछ होर सिख ਜਿਹੜੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਲੋਹਗੜ੍ਹ ਦੇ ਕਿਲੇ ਦੇ ਅੰਦਰ ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਜਦੋਂ ਉਹਨਾਂ ਨੂੰ ਚਾਰੇ ਪਾਸਿਓਂ ਤੋਂ ਘੇਰਾ ਪੈ ਗਿਆ, ਬਾਬਾ ਬੰਦਾ ਸਿੰਘ ਬਹਾਦਰ ਉਸ ਘੇਰੇ ਦੇ ਅੰਦਰ ਉਹਨਾਂ ਮੁਗਲੀਆਂ ਫੌਜਾਂ ਦੇ ਅਧੀਨ ਹੋਏ 8 ਮਹੀਨੇ ਦਾ ਘੇਰਾ ਸੀ। ਇਤਿਹਾਸ ਲਿਖਦਾ ਇਸ ਘੇਰੇ ਦੇ ਅੰਦਰ ਰਹਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਸਿੱਖ ਸੀ ਉਹਨਾਂ ਨੇ ऐसी भुख ते कड़ाके दे समय वेखे भी। डॉक्टर गंडा सिंह लिखदा है पशुआं दा मरिया होया पशुआं दा मांस सिखां ने खाधा, अपने पट चीर के मांस बना कढ़ के सिखां ने खा के गुजारा किया। इत्थे ही बाबा विनोद सिंह उन्हां दे नाल बाबा बंदा सिंह बहादुर दी किसी गल कारण तकरार हुंदी है ते ये गल भावां कि इतिहास विच इस गल नूं बहुत वधा चढ़ा के बयान किया जाता है, पर सच यह है कि बाबा बंदा सिंह बहादुर इस थां तो गिरफ्तार किए गए। उन्हां दे नाल तकरीबन 750 के करीब सिखां नूं गिरफ्तार किया गया। जकरिया खां सतगुरु गुरु गोबिंद सिंह पातशाह जी दे मरजीवड़े सिख नूं सिख कौम के जरनैल नूं गिरफ्तार करके दिल्ली की धरती ते लैके आए। इत्थे रोज़ 100 ਸਿੰਘਾਂ ਦੀ शहादत होने लगी। कई घटनावां इस थां ते वापरियां जिन्हां दी डिटेल विच आपां नहीं जाना। साध संगत इत्थे रहिंदियां बाबा बंदा सिंह बहादुर उन्हां दे सामने उन्हां दे तकरीबन 4.25 साल दे पुत्र बाबा अजीत सिंह जी जिन्हां दा नाम अजीत सिंह सी उन्हां नूं बाबा बंदा सिंह बहादुर दे सामने लिया के उन्हां नूं कलेजा कढ़ के बाबा बंदा सिंह बहादुर के मूँह विच पाया गया। हालांकि उस वक्त काजी ने कहा सी कि बाबा बंदा सिंह बहादुर नूं भी तुसी अपने पुत्र नूं मारो, तुसी अपने पुत्र का कतल करो, पर बाबा बंदा सिंह बहादुर ने इस गल नूं स्वीकारिया नहीं। बाबा बंदा सिंह बहादुर के अंदर नूं डोलान लई बाबा बंदा सिंह बहादुर के पुत्र अजैब सिंह, माफ़ करना मैं पहलो अजीत सिंह आखिया सी, नाम अजैब सिंह सी। अजैब सिंह नूं उन्हां दा कलेजा कढ़ के बाबा बंदा सिंह बहादुर दे मूँह विच तुनिया गया। जंबूरा नाल बाबा बंदा सिंह बहादुर दा मांस खिंचिया गया। इत्थों तक जदों बाबा बंदा सिंह बहादुर नूं साध संगत दिल्ली लिआंदा गया सी ते इन्ना खौफ सी बाबा बंदा सिंह बहादुर दा इन्ना मुगल फौजां दे अंदर कि बंदा सिंह बहादुर एक करामाती पुरुष है, उहदे कोलों बड़ियां करामातां ने। डरदियां बाबा बंदा सिंह बहादुर नूं हाथी दे उपर एक पिंजरे दे अंदर कैद किया गया सी। सतगुरु पातशाह जी दे ये मरजीवड़े सिख नूं जंबूरा नाल मांस खिंच के इन्हां दियां अखां नेत्र कढ़ के इन्हां दे शरीर दे अंग कट के बाबा बंदा सिंह बहादुर नूं इसे दिल्ली की धरती ते शहीद किया गया। पर बाबा बंदा सिंह बहादुर गुरु दे भाणे विच रहिंदियां सतगुर दे इन्हां बचनां नूं अपनी रसना तो उचारदियां पहला मरण कबूल जीवन की छड़ आस हो सबना की रेणुका तो आओ हमारे पास। बाबा बंदा सिंह बहादुर उन्हां दी शहादत हुंदी है। असल विच गोकल चंद नारंग ने बड़े प्यारे बोल लिखे ने। वो कहंदा गुरु गोबिंद सिंह जी ने मुगलों के अजित होने का भरम तोड़िया ते बाबा बंदा सिंह बहादुर ने पंजाब की धरती ते इन्हां मुगलों नूं मार मुकाण दा जिहड़ा यतन सी उहनूं आरंभ करदियां होइयां बाबा बंदा सिंह बहादुर ने अपनी शहादत दी। सच विच ये जुल्म के खिलाफ एक बड़ी वड्डी लड़ाई सी। बाबा बंदा सिंह बहादुर ने उन्होंने किसानां नूं उन्हां दीयां जमीनां लैके जमींदारां तो वापस दित्तियां। उन्होंने उन्होंने जमीन की मलकीयत के मालक आप बनाया। और अनेक ऐसे कारज सन जिन्होंने बाबा बंदा सिंह बहादुर ने समाज विच प्रतख उजागर किया ते उन्होंने लुकाई दे विच नियत किया। एक गल साध संगत जी समझण वाली है
ਬਾਬਾ ਬੰਦਾ ਸਿੰਘ ਬਹਾਦਰ ਸੱਚ ਵਿੱਚ ਉਹ ਦਿਨ ਸਜ਼ਾ ਦੇਣਾ ਚਾਹੁੰਦੇ ਸਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਸ਼ਹੀਦ ਕਰਨ ਵਾਲਿਆਂ ਨੂੰ। ਇਹੀ ਕਾਰਨ ਸੀ ਸਮੁੱਚੀ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜੀ, ਪਰ ਇਸੇ ਸਰਹੰਦ ਦੀ ਹਦੂਦ ਦੇ ਅੰਦਰ ਇਸਲਾਮੀ ਮਤ ਦਾ ਇੱਕ ਮਰਕਜ਼ ਰੋਜ਼ਾ ਸ਼ਰੀਫ ਸੀ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਛੇੜਿਆ ਵੀ ਤੱਕ ਵੀ ਨਹੀਂ ਸੀ, ਭਾਵ ਟੱਚ ਵੀ ਨਹੀਂ ਸੀ ਕੀਤਾ। ਇਹਦਾ ਮਤਲਬ ਇਹੀ ਸੀ ਕਿ ਧਰਮ ਦਾ ਸਤਿਕਾਰ ਬਾਬਾ ਬੰਦਾ ਸਿੰਘ ਬਹਾਦਰ ਬੜਾ ਕਰਦੇ ਸਨ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਆਗਿਆ ਸੀ। ਪਰ ਸੱਚ ਇਹ ਹੈ, ਜਿਹੜੇ ਧਰਮ ਦੀ ਆੜ ਵਿੱਚ ਓਟ ਵਿੱਚ ਲੋਕਾਈ ਨੂੰ ਜ਼ਬਰ ਤੇ ਜ਼ੁਲਮ ਦੀ ਪੀੜਾ ਦੇ ਰਹੇ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਇੱਕ ਐਸਾ ਪਰਚਮ ਲਾਗੂ ਕੀਤਾ, ਸਿੱਖ ਖਾਲਸੇ ਪੰਥ ਦੀ ਨੀਂਹ ਰੱਖ ਕੇ, ਜਿਹਨੂੰ ਸਦੀਆਂ ਤੱਕ ਲੋਕ ਯਾਦ ਰੱਖਣਗੇ। ਐਸੇ ਮਰਜੀਵੜੇ ਸਿੱਖ ਨੂੰ ਜਿੰਦੇ ਜੀਵਨ ਦਾ ਸਫ਼ਰ ਲਛਮਣ ਦਾਸ ਤੋਂ ਆਰੰਭ ਹੁੰਦਾ ਹੈ, ਮਾਧੋ ਦਾਸ ਵੈਰਾਗੀ ਤੋਂ ਚੱਲਦਿਆਂ ਹੋਇਆਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਖਾਲਸੇ ਪੰਥ ਦੀ ਨੀਂਹ ਰੱਖਦਿਆਂ ਹੋਇਆਂ ਇਸ ਸੰਸਾਰ, ਇਸ ਜਗਤ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਕੇ, ਸ਼ਹੀਦ ਹੋ ਕੇ ਇਸ ਸੰਸਾਰ ਵਿੱਚ ਪੂਰਨੇ ਪਾ ਕੇ ਸਮੁੱਚੀ ਮਾਨਵਤਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਮੋਲਕ ਬਚਨਾਂ ਦੇ ਨਾਲ, ਸਿੱਖਿਆ ਦੇ ਨਾਲ ਜੋੜ ਕੇ ਜਾਂਦੇ ਨੇ। ਐਸੇ ਮਰਜੀਵੜੇ ਨੂੰ ਅੱਜ ਤੁਸੀਂ ਯਾਦ ਕਰ ਰਹੇ ਹੋ। ਅਰਦਾਸ ਕਰੀਏ ਸਤਿਗੁਰੂ